परम सत्कारयोग ਹਾਜ਼ਰੀਨ, ਅੱਜ ਅਸੀਂ ਭਾਰਤ ਦੇ ਇੱਕ ਮਹਾਨ ਸੂਫੀ ਸੰਤ ਹਜ਼ਰਤ ਬਾਬਾ ਸ਼ੇਖ ਫਰੀਦ ਸ਼ਕਰਗੰਜ ਉਹਨਾਂ ਦੇ ਜੀਵਨ ਵਿੱਚੋਂ ਕਿਸੇ ਮਹਾਨ ਘਟਨਾ ਦਾ ਜ਼ਿਕਰ ਕਰਾਂਗੇ। ਬਾਬਾ ਫਰੀਦ ਦਾ ਜਨਮ ਪੰਜਾਬ ਵਿੱਚ ਮੁਲਤਾਨ ਵਿੱਚ ਹੋਇਆ। ਇਹਨਾਂ ਨੇ ਬਹੁਤ ਸਾਰਾ ਧਾਰਮਿਕ ਸਾਹਿਤ ਰਚਿਆ ਹੈ। ਇਹਨਾਂ ਵੱਲੋਂ ਰਚੇ ਹੋਏ ਬਾਣੀ ਸਿੱਖਾਂ ਦੇ ਧਾਰਮਿਕ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਸ਼ੋਭਿਤ ਹੈ। ਬਾਬਾ ਫਰੀਦ ਨੇ 90 ਸਾਲ ਤੱਕ ਦੀ ਉਮਰ ਗੁਜ਼ਾਰੀ ਤੇ ਬਹੁਤ ਸਾਰੀਆਂ ਥਾਵਾਂ ਦਾ ਭਰਮਣ ਕੀਤਾ, ਬਹੁਤ ਸਾਰੀਆਂ ਥਾਵਾਂ ਤੇ ਗਏ। ਇਹ ਬਹੁਤ ਰੱਬ ਦੇ ਅੱਲਾ ਦੇ ਪਿਆਰੇ ਸਨ। ਮੈਂ ਮੁਖਤਸਰ ਅਰਜ਼ ਕਰਾਂ, ਰੱਬ ਦੇ ਪਿਆਰੇ ਹੋਣ ਦੇ ਬਾਵਜੂਦ ਇਹਨਾਂ ਦੇ ਮਨ ਵਿੱਚ ਖਿਆਲ ਸੀ ਕਿ ਮੈਂ ਕਿਸੇ ਬਹੁਤ ਮਹਾਨ ਉੱਚ ਕੋਟੀ ਦੇ ਸੰਤ ਨੂੰ ਆਪਣਾ ਮੁਰਸ਼ਿਦ ਬਣਾਵਾਂ, ਆਪਣਾ ਉਸਤਾਦ ਬਣਾਵਾਂ। ਇਸ ਤਰ੍ਹਾਂ ਬਗਦਾਦ ਤੋਂ ਦਿੱਲੀ ਜਾਂਦਿਆਂ ਹੋਇਆਂ ਹਜ਼ਰਤ ਬਖਤਿਆਰ ਕਾਕੀ ਜੀ, ਜੋ ਉਸ ਵੇਲੇ ਭਾਰਤ ਦੇ ਉੱਚ ਕੋਟੀ ਦੇ ਮਹਾਨ ਫਕੀਰ ਸਨ, ਹਜ਼ਰਤ ਕੁਤਬੁਦੀਨ ਬਖਤਿਆਰ ਕਾਕੀ ਕਰਕੇ ਉਹਨਾਂ ਦਾ ਪੂਰਾ ਨਾਮ ਇਤਿਹਾਸ ਵਿੱਚ ਆਉਂਦਾ ਹੈ। ਉਹ ਗੁਜਰੇ ਤੇ ਕੁਛ ਚਿਰ ਵਾਸਤੇ, ਕੁਛ ਟਾਈਮ ਵਾਸਤੇ ਉਹ ਮੁਲਤਾਨ ਵਿੱਚ ਰੁਕੇ। ਉਸ ਸਮੇਂ ਬਾਬਾ ਫਰੀਦ ਜੀ ਦਾ ਉਹਨਾਂ ਦੇ ਨਾਲ ਮੇਲ ਮਿਲਾਪ ਹੋਇਆ। ਬਾਬਾ ਫਰੀਦ ਉਹਨਾਂ ਦੇ ਗੱਲਾਂ ਦੇ ਵਿੱਚ ਉਹਨਾਂ ਤੋਂ ਬਹੁਤ ਪ੍ਰਭਾਵਿਤ ਹੋਏ ਤੇ ਉਹਨਾਂ ਨੇ ਮਨ ਬਣਾ ਲਿਆ ਕਿ ਮੈਂ ਇਹਨਾਂ ਨੂੰ ਆਪਣਾ ਮੁਰਸ਼ਿਦ ਬਣਾਉਣਾ ਹੈ। ਉਹਨਾਂ ਦੇ ਦੱਸੇ ਹੋਏ ਪਤੇ ਦੇ ਮੁਤਾਬਕ ਬਾਬਾ ਫਰੀਦ ਉਹਨਾਂ ਦੇ ਦਰਬਾਰ ਦਿੱਲੀ ਪਹੁੰਚੇ। ਸਵੇਰ ਦਾ ਪਹਿਲਾ ਪਹਿਰ ਸੀ। ਬਾਬਾ ਫਰੀਦ ਹਜ਼ਰਤ ਬਖਤਿਆਰ ਕਾਕੀ ਦੇ ਦਰਬਾਰ ਦਿੱਲੀ ਪਹੁੰਚ ਗਏ। ਕੁਛ ਉਹਨਾਂ ਦੇ ਚੇਲੇ, ਕੁਛ ਮਰੀਦ ਬੈਠੇ ਹੋਏ ਸਨ। ਆਪ ਅਜੇ ਹਜ਼ਰਤ ਬਖਤਿਆਰ ਕਾਕੀ ਅੰਦਰ ਆਪਣੇ ਕਮਰੇ ਦੇ ਵਿੱਚ ਉਸ ਰੱਬ ਦੀ ਆਬਾਦਤ ਵਿੱਚ ਜੁੜੇ ਹੋਏ ਸਨ। ਅਜੇ ਉਹਨਾਂ ਨੇ ਬਾਹਰ ਆਉਣਾ ਸੀ। ਜਦੋਂ ਇਹ ਪਹੁੰਚੇ, ਉਹਨਾਂ ਚੇਲਿਆਂ ਨੇ, ਉਹਨਾਂ ਮੁਰੀਦਾਂ ਨੇ ਪੁੱਛਿਆ, ਆਪ ਕੌਣ ਹੋ? ਬਾਬਾ ਫਰੀਦ ਨੇ ਦੱਸਿਆ ਕਿ ਮੈਂ ਪੰਜਾਬ ਤੋਂ ਆਇਆ, ਮੇਰਾ ਨਾਮ ਫਰੀਦ ਹੈ। ਮੈਂ ਸਾਈਂ ਜੀ ਨੂੰ ਮਿਲਿਆ ਸਾਂ, ਹੁਣ ਦੁਬਾਰਾ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਆਇਆ ਹਾਂ। ਮਰੀਦਾਂ ਨੇ ਆਖਿਆ, ਆਪ ਬੈਠ ਜਾਓ, ਸਾਈਂ ਜੀ ਆਬਾਦਤ ਵਿੱਚ ਨੇ। ਹੁਣੇ ਉਧਰੋਂ ਆਬਾਦਤ ਤੋਂ ਜਦੋਂ ਵਿਹਲੇ ਹੋਣਗੇ, ਉਦੋਂ ਬਾਹਰ ਆ ਕੇ ਸੰਗਤ ਨੂੰ ਦਰਸ਼ਨ ਦੇਣਗੇ, ਇੱਥੇ ਬੈਠਣਗੇ। ਬਾਬਾ ਫਰੀਦ ਜੀ ਸੰਗਤ ਵਿੱਚ ਬੈਠ ਗਏ। ਕੁਛ ਦੇਰ ਬਾਅਦ ਹਜ਼ਰਤ ਕੁਤਬੁਦੀਨ ਬਖਤਿਆਰ ਕਾਕੀ ਜੀ ਆਬਾਦਤ ਤੋਂ ਬਾਅਦ ਵਿਹਲੇ ਹੋਏ ਤੇ ਬਾਹਰ ਆ ਕੇ ਆਪਣੇ ਆਸਣ ਤੇ ਬੈਠ ਗਏ। ਮਰੀਦਾਂ ਨੇ ਦੱਸਿਆ ਕਿ ਇੱਕ
ਭਲਾ ਪੁਰਸ਼ ਪੰਜਾਬ ਤੋਂ ਆਇਆ ਹੈ, ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਹੈ। ਉਹਨਾਂ ਆਖਿਆ ਬੁਲਾਓ। ਮਰੀਦਾਂ ਨੇ ਇਸ਼ਾਰੇ ਨਾਲ ਬਾਬਾ ਫਰੀਦ ਜੀ ਨੂੰ ਆਖਿਆ ਆਓ। ਬਾਬਾ ਫਰੀਦ ਜੀ ਖੜੇ ਹੋਏ, ਸਾਈਂ ਦੇ ਸਾਹਮਣੇ ਉਹਨਾਂ ਦੇ ਕੋਲ ਪਹੁੰਚ ਗਏ। ਸਾਈਂ ਨੇ ਫਰੀਦ ਨੂੰ ਸਿਆਣਿਆ। ਮੁਲਤਾਨ ਵਿੱਚ ਮੁਲਾਕਾਤ ਹੋਈ ਸੀ। ਉਹਨਾਂ ਆਖਿਆ ਦੱਸੋ ਕੀ ਕੰਮ ਹੈ। ਕਹਿਣ ਲੱਗੇ ਸਾਈਂ ਜੀ, ਮੇਰੇ ਦਿਲ ਦੀ ਇੱਛਾ ਹੈ ਕਿ ਮੈਂ ਆਪ ਜੀ ਨੂੰ ਆਪਣਾ ਮੁਰਸ਼ਿਦ ਬਣਾਵਾਂ। ਆਪ ਮੇਰੇ ਤੇ ਰਹਿਮ ਕਰੋ, ਕਿਰਪਾ ਕਰੋ, ਮੈਨੂੰ ਆਪਣਾ ਮੁਰੀਦ ਬਣਾਓ, ਮੈਨੂੰ ਆਪਣਾ ਚੇਲਾ ਬਣਾਓ, ਮੈਨੂੰ ਆਪਣਾ ਬੱਚਾ ਸਮਝੋ। ਸਾਈਂ ਨੇ ਆਖਿਆ ਇਹਦੇ ਲਈ ਇੱਕ ਇਮਤਿਹਾਨ ਚੋਂ ਗੁਜ਼ਰਨਾ ਪਵੇਗਾ, ਤਿਆਰ ਹੋ। ਬਾਬਾ ਫਰੀਦ ਜੀ ਕਹਿਣ ਲੱਗੇ ਮੈਂ ਕੋਸ਼ਿਸ਼ ਕਰਾਂਗਾ, ਉਹ ਖੁਦਾਇਆ ਮੇਰੇ ਤੇ ਕਰਮ ਕਰੇ, ਮੈਂ ਇਮਤਿਹਾਨ ਚੋਂ ਪਾਸ ਹੋਵਾਂ। ਸਾਈਂ ਨੇ ਆਪਣੇ ਮਰੀਦਾਂ ਨੂੰ ਆਖਿਆ ਖੰਜਰ ਲਿਆਓ। ਬਾਬਾ ਫਰੀਦ ਜੀ ਦਾ ਦਿਲ ਡਰਿਆ। ਜਿਸ ਭਲੇ ਇਨਸਾਨ ਨੇ ਸਾਰੀ ਜ਼ਿੰਦਗੀ ਖੰਜਰ ਨਾ ਫੜਿਆ ਹੋਵੇ, ਕੋਈ ਹਥਿਆਰ, ਕੋਈ ਸ਼ਸਤਰ ਆਪਦੇ ਹੱਥ ਵਿੱਚ ਨਾ ਫੜਿਆ ਹੋਵੇ, ਉਹਨੂੰ ਕਿਤੇ ਸ਼ਸਤਰ ਫੜਨਾ ਪਵੇ, ਉਹਦਾ ਅੰਦਰ ਕੰਬਦਾ ਹੈ। ਨਾ ਸੁਣ ਕੇ ਮਨ ਡਰਿਆ। ਮਰੀਦਾਂ ਨੇ ਅੰਦਰੋਂ ਖੰਜਰ ਲਿਆ ਕੇ ਦਿੱਤਾ, ਬੜਾ ਤਿੱਖਾ ਖੰਜਰ। ਦੂਸਰੀ ਵਾਰ ਦੂਸਰੇ ਮਰੀਦ ਨੂੰ ਕਿਹਾ, ਕਹਿਣ ਲੱਗੇ ਚਿੱਟਾ ਕਬੂਤਰ ਲਿਆਓ। ਇੱਥੇ ਮੈਂ ਅਰਜ਼ ਕਰਾਂ ਕਿ ਜਿਹੜੇ ਸੂਫੀ ਮਤ ਦੇ ਫਕੀਰ ਹੁੰਦੇ ਸਨ, ਉਹਨਾਂ ਦੇ ਬੜੇ ਖੁੱਲੇ ਖੁੱਲੇ ਡੇਰੇ ਆਸ਼ਰਮ ਹੁੰਦੇ ਸਨ, ਔਰ ਉਹਨਾਂ ਦੇ ਆਸ਼ਰਮਾਂ ਦੇ ਵਿੱਚ ਪੰਛੀਆਂ ਨੂੰ, ਜਾਨਵਰਾਂ ਨੂੰ ਵੀ ਪਨਾਹ ਮਿਲਦੀ ਸੀ, ਉਹਨਾਂ ਨੂੰ ਵੀ ਸਤਿਕਾਰ ਮਿਲਦਾ ਸੀ। ਅਕਸਰ ਉਹਨਾਂ ਦੇ ਡੇਰਿਆਂ ਵਿੱਚ ਕਬੂਤਰ, ਕੁੱਕੜ, ਘੋੜੇ, ਕੁੱਤੇ ਇਤਿਆਦਿਕ ਇਹ ਜਾਨਵਰ ਹੋਇਆ ਕਰਦੇ ਸਨ। ਉਹਨਾਂ ਨੂੰ ਦਾ ਖਾਣ ਪਾਣ ਦਾ ਪੂਰਾ ਧਿਆਨ ਰੱਖਿਆ ਜਾਂਦਾ ਸੀ। ਉਸ ਰੱਬ ਦੀ ਰਜ਼ਾ, ਉਸ ਰੱਬ ਦੇ ਜੀਵ ਸਮਝ ਕੇ ਉਹਨਾਂ ਨੂੰ ਵੀ ਬਰਾਬਰਤਾ ਦਿੱਤੀ ਜਾਂਦੀ ਸੀ, ਮਾਣ ਸਤਿਕਾਰ ਮਿਲਦਾ ਸੀ। ਅੰਦਰੋਂ ਚਿੱਟਾ ਕਬੂਤਰ ਆ ਗਿਆ। ਕਬੂਤਰ ਜਿਹੜਾ ਪੰਛੀ ਹੈ, ਇਸ ਨੂੰ ਅਮਨ ਦਾ ਪੰਛੀ ਮੰਨਿਆ ਜਾਂਦਾ ਹੈ, ਸ਼ਾਂਤੀ ਦਾ ਪੰਛੀ ਮੰਨਿਆ ਜਾਂਦਾ ਹੈ। ਅਸੀਂ ਅਕਸਰ ਵੇਖਦੇ ਹਾਂ ਕਿ ਕਈਆਂ ਥਾਵਾਂ ਦੇ ਵਿੱਚ, ਸਮਾਗਮਾਂ ਦੇ ਵਿੱਚ ਆਏ ਹੋਏ ਮੁੱਖ ਮਹਿਮਾਨ ਕੋਲੋਂ ਕਬੂਤਰ ਛਡਾਏ ਜਾਂਦੇ ਨੇ। ਉਹ ਸ਼ੁਭ ਸ਼ਗਨ ਵੀ ਹੁੰਦਾ ਹੈ ਤੇ ਉਹ ਅਮਨ ਸ਼ਾਂਤੀ ਦਾ ਪੈਗਾਮ ਵੀ ਹੁੰਦਾ ਹੈ। ਅਕਸਰ ਦੋ ਦੇਸ਼ਾਂ ਦੀ ਲੜਾਈ ਦੇ ਵਿੱਚ ਜਦੋਂ ਜੰਗ ਲੰਮੀ ਹੋ ਜਾਏ ਤੇ ਜਦੋਂ ਦੋ ਦੇਸ਼ਾਂ ਦਾ ਇਰਾਦਾ ਬਣੇ ਕਿ ਸੁਲ੍ਹਾ ਕਰ ਲਈ ਜਾਏ, ਤੇ ਉਹ ਦੋ ਪਾਸਿਆਂ ਤੋਂ ਚਿੱਟੇ ਕਬੂਤਰ ਉਡਾਉਂਦੇ ਨੇ, ਜਿਹਦਾ ਸੰਕੇਤ ਮੰਨ ਲਿਆ ਜਾਂਦਾ ਹੈ ਕਿ ਸਾਨੂੰ ਦੋ ਦੇਸ਼ਾਂ ਨੂੰ ਕਿਸੇ ਜਗ੍ਹਾ ਤੇ ਇਕੱਠੇ ਬਹਿ ਕੇ ਮੀਟਿੰਗ ਕਰ ਲੈਣੀ ਚਾਹੀਦੀ, ਸ਼ਾਇਦ ਲੜਾਈ ਦਾ ਕੋਈ ਹੱਲ ਨਿਕਲ ਜਾਏ। ਸੋ ਮੈਂ ਅਰਜ਼ ਕਰਾਂ ਕਿ ਚਿੱਟਾ ਕਬੂਤਰ ਸ਼ਾਂਤੀ ਦਾ, ਅਮਨ ਦਾ ਪੰਛੀ ਮੰਨਿਆ ਜਾਂਦਾ ਹੈ। ਖੰਜਰ ਵੀ ਆ ਗਿਆ, ਕਬੂਤਰ ਵੀ ਆ ਗਿਆ। ਫਰੀਦ ਜੀ ਖੜੇ ਨੇ,
साईं ने फरमान किया, फरीद एक खंजर पकड़, एक कबूतर पकड़, इसनू ऐसी जगह ते जाके ज़िबा कर जिथे कोई ना वेख रहा होवे। इसनू ज़िबा करके मेरे को लैके आ जल्दी। हुण कदी किसी जानवर नू, किसी पंछी नू बाबा फरीद ने छोटी भी नहीं सी मारी। हुण इम्तिहान एडा सख्त है कि अमन दे संकेत नू पंछी नू ज़िबा करना पै गया है। बाबा फरीद कबूतर ते खंजर लैके साईं दे दरबार तो टुर पए। टुरदे टुरदे जांदे जगह वेखदे गए। एक दो जगह ते ज़िबा करन दा सोचिया, पर उथों कोई ना कोई लंघ रहा है, कोई ना कोई गुजर रहा है। अगे खेतां च चले गए, उत्थे वेख रहे ने कि कुछ उत्ते पंछी उड़ारी मार रहे ने, कोई होर जानवर, कोई कुत्ता, कोई बिल्ली, कोई होर लंघ रहा है। साईं दा हुक्म सी कि उत्थे ज़िबा करना है जिथे कोई ना वेख रहा होवे। उस जगह दी भाल करदे करदे टुरदे टुरदे सारा दिन गुजार दिता। शाम पै गई। शाम पैंदियां तक शहर तो बाहर दूर निकल गए। अगे एक खंडर नजर आया, किसी पुराने महल दा खंडर पिया सी। सोचिया ये जगह बहुत सेफ है, ਇਹਦੇ 'ਚ ਵਿੱਚ ਵੜਨੇ ਆ, ਇਹਦੇ ਵਿੱਚ ਕੋਈ ਨਹੀਂ ਵੇਖੇਗਾ, ਸਾਈਂ ਦੀ ਸ਼ਰਤ ਪੂਰੀ ਹੋ ਜਾਏਗੀ। ਉਸ ਖੰਡਰ ਵਿੱਚ ਵੜ ਬੈਠੇ। ਖੰਡਰ ਬਿਲਕੁਲ ਖਾਲੀ ਸੀ, ਸੁੰਨਾ ਸੀ, ਉਹਦੇ ਵਿੱਚ ਕੋਈ ਵੀ ਨਹੀਂ ਸੀ। ਉਸ ਕਮਰੇ 'ਚ ਚਲੇ ਗਏ। ਹਨੇਰਾ ਹੋ ਗਿਆ। ਇੱਕ ਇੱਟਾਂ ਦੇ ਥੜੇ ਦੇ ਉੱਤੇ ਕਬੂਤਰ ਨੂੰ ਰੱਖਿਆ। ਕਬੂਤਰ ਦੇ ਖੰਭ ਬੱਧੇ ਹੋਏ ਸਨ। ਖੰਜਰ ਕੱਢੀ। ਜਿਸ ਵੇਲੇ ਕਬੂਤਰ ਦੀ ਧੌਣ ਤੇ ਚਲਾਉਣ ਲੱਗੇ ਤੇ ਵੇਖਦੇ ਨੇ ਕਿ ਕਬੂਤਰ ਦੀਆਂ ਅੱਖਾਂ ਜਗ ਰਹੀਆਂ ਨੇ। ਅਸਲ ਵਿੱਚ ਉਹ ਕੋਈ ਕਰਾਮਾਤੀ ਨਹੀਂ ਜਗ ਰਹੀਆਂ ਸਨ। ਕੁਝ ਜੀਵ ਜੰਤੂਆਂ ਦੀਆਂ ਅੱਖਾਂ ਕੁਦਰਤੀ ਜਗਦੀਆਂ ਹੁੰਦੀਆਂ ਨੇ। ਅਸੀਂ ਅਕਸਰ ਕਈ ਵਾਰੀ ਵੇਖਿਆ ਹੈ ਕਿ ਹਨੇਰੇ ਦੇ ਵਿੱਚ ਕਈ ਕੁੱਤਿਆਂ ਦੀਆਂ ਅੱਖਾਂ ਜਗਦੀਆਂ ਹੁੰਦੀਆਂ ਨੇ, ਸਾਰਿਆਂ ਦੀਆਂ ਨਹੀਂ। ਕੁਝ ਐਸੇ ਹੁੰਦੇ ਨੇ, ਉਹਨਾਂ ਦੇ ਕੁਝ ਲੈਂਸ ਕੁਝ ਇਸ ਤਰ੍ਹਾਂ ਦੇ ਹੁੰਦੇ ਨੇ, ਉਹ ਜਗਦੇ ਨੇ ਹਨੇਰੇ ਦੇ ਵਿੱਚ। ਕੁੱਤਿਆਂ ਦੇ, ਕਿਸੇ ਬਿੱਲੀ ਦੇ, ਪੰਛੀਆਂ ਦੇ, ਆ ਜਿਹੜੇ ਸੱਪ ਹੁੰਦੇ ਨੇ, ਇਹਨਾਂ ਦੇ ਵਿੱਚ ਜਿਸਨੂੰ ਅਸੀਂ ਬਲੈਕ ਕੋਬਰਾ ਕਹਿੰਦੇ ਆ, ਜਿਸਨੂੰ ਕਾਲਾ ਸੱਪ ਜਾਂ ਨਾਗ ਕਿਹਾ ਜਾਂਦਾ ਹੈ, ਇਹਦੀਆਂ ਅੱਖਾਂ ਜਗਦੀਆਂ ਨੇ ਹਨੇਰੇ ਦੇ ਵਿੱਚ। ਕੁਝ ਦੂਸਰਿਆਂ ਸੱਪਾਂ ਦੀਆਂ ਵੀ ਜਗਦੀਆਂ ਹੋਣਗੀਆਂ, ਪਰ ਉਹਨਾਂ ਸਾਰਿਆਂ ਦੀਆਂ ਨਹੀਂ। ਕੋਬਰਾ ਜਿਹੜਾ ਜਿੰਨੇ ਵੀ ਹੋਣਗੇ ਉਹਨਾਂ ਸਾਰਿਆਂ ਦੀਆਂ ਜਗਦੀਆਂ, ਹਨੇਰੇ ਦੇ ਵਿੱਚ ਇਹਨਾਂ ਦੀਆਂ ਅੱਖਾਂ ਜਗਦੀਆਂ। ਇਸ ਤਰ੍ਹਾਂ ਹੀ ਕੁਦਰਤੀ ਉਸ ਕਬੂਤਰ ਦੀਆਂ ਅੱਖਾਂ ਜਗ ਰਹੀਆਂ ਸਨ। ਮਨ ਵਿੱਚ ਖਿਆਲ ਆਇਆ ਕਿ ਸਾਈਂ ਨੇ ਕਿਹਾ ਸੀ ਇਸ ਨੂੰ ਉਸ ਜਗ੍ਹਾ ਤੇ ज़िबा ਕਰਨਾ ਹੈ ਜਿੱਥੇ ਕੋਈ ਨਾ ਵੇਖ ਰਿਹਾ ਹੋਏ। ਕਬੂਤਰ ਦੀਆਂ ਅੱਖਾਂ ਜਗਦੀਆਂ ਪਈਆਂ ਨੇ, ਇਹਦਾ ਮਤਲਬ ਕਬੂਤਰ ਵੇਖ ਰਿਹਾ ਹੈ। ਸਾਈਂ ਦੀ ਸ਼ਰਤ ਪੂਰੀ ਨਹੀਂ ਹੋ ਰਹੀ। ਉਹਨਾਂ ਦੇ ਗਲ ਵਿੱਚ ਇੱਕ ਪਰਨਾ ਪਾਇਆ ਹੋਇਆ ਸੀ। ਉਸ ਪਰਨੇ ਵਿੱਚੋਂ ਕੁਛ ਕੱਪੜਾ ਪਾੜਿਆ, ਕਬੂਤਰ ਦੀਆਂ ਅੱਖਾਂ ਬੰਨ੍ਹ ਦਿੱਤੀਆਂ। ਫਿਰ ज़िबा ਕਰਨ ਲੱਗੇ। ਮਨ ਵਿੱਚ ਖਿਆਲ ਆਇਆ ਕਿ ਮੈਂ ਵੇਖ ਰਿਹਾ, ਮੇਰੀਆਂ ਅੱਖਾਂ ਵੇਖ ਰਹੀਆਂ ਨੇ, ਇਸ ਕਰਕੇ ਸਾਈਂ ਦੀ ਸ਼ਰਤ ਪੂਰੀ ਨਹੀਂ ਹੁੰਦੀ। ਪਰਨੇ ਦੇ ਨਾਲ ਆਪਦੇ ਅੱਖਾਂ ਬੰਨ੍ਹ ਲਈਆਂ, ਮੂੰਹ ਦੇ ਉੱਤੇ ਵਲ ਮਾਰ ਲਏ, ਅੱਖਾਂ ਬੰਦ ਕਰ ਲਈਆਂ। ਅੰਦਾਜ਼ੇ ਨਾਲ ਟੋਹ ਕੇ ਖੰਜਰ ਫੜੀ
ਕਬੂਤਰ ਲੱਭਿਆ, ਟੋਇਆ। ਜਦੋਂ ਉਹਦੀ ਧੌਣ ਤੇ ਖੰਜਰ ਰੱਖੀ ਤੇ ਮਨ ਵਿੱਚ ਖਿਆਲ ਆਇਆ ਕਿ ਮੈਂ ਇਹ ਕਬੂਤਰ ਕਿਵੇਂ ਲੱਭ ਲਿਆ, ਮੈਂ ਖੰਜਰ ਕਿਵੇਂ ਲੱਭ ਲਈ, ਇਹ ਮੈਨੂੰ ਕਿਹਨੇ ਦੱਸਿਆ। ਸੋਚਦੇ ਨੇ ਇਹ ਮੇਰੇ ਮਨ ਦੀਆਂ ਅੱਖਾਂ ਨੇ ਲੱਭੀ, ਇਹ ਮੇਰੀ ਆਤਮਾ ਨੇ ਲਭਾਈ ਏ, ਖੰਜਰ ਵੀ ਤੇ ਕਬੂਤਰ ਵੀ। ਇਹਦਾ ਮਤਲਬ ਮੇਰੀ ਆਤਮਾ ਕਬੂਤਰ ਨੂੰ ਵੇਖ ਰਹੀ ਏ। ਤੇ ਮੈਂ ਸੁਣਿਆ ਸੀ ਕਿ ਆਤਮਾ ਦੇ ਵਿੱਚ ਪਰਮਾਤਮਾ ਹੁੰਦਾ ਹੈ। ਇਹਦਾ ਮਤਲਬ ਮੇਰੀ ਆਤਮਾ ਵਿੱਚੋਂ ਪਰਮਾਤਮਾ ਵੀ ਵੇਖ ਰਿਹਾ ਹੈ, ਮੇਰੀ ਆਤਮਾ ਵੀ ਵੇਖ ਰਹੀ। ਤੇ ਪਰਮਾਤਮਾ ਜ਼ਰਰੇ ਜ਼ਰਰੇ ਵਿੱਚ ਹੁੰਦਾ ਹੈ। ਘਟ ਘਟ ਮੇਂ ਹਰ ਜੂ ਵਸੇ, ਹਵਾ ਵਿੱਚ, ਪਾਣੀ ਵਿੱਚ, ਆਸਮਾਨ ਤੇ, ਜ਼ਮੀਨ ਤੇ, ਪੰਛੀਆਂ ਵਿੱਚ, ਰੁੱਖਾਂ ਵਿੱਚ, ਹਰ ਜਗ੍ਹਾ ਪਰਮਾਤਮਾ ਹੁੰਦਾ ਹੈ। ਇਹਦਾ ਮਤਲਬ ਪਰਮਾਤਮਾ ਵੇਖ ਰਿਹਾ ਹੈ। ਪਰਮਾਤਮਾ ਤੋਂ ਮੈਂ ਇਹਨੂੰ ਨਹੀਂ ਲੁਕਾ ਸਕਾਂਗਾ। ਸਾਈਂ ਦੀ ਸ਼ਰਤ ਸੀ ਇਹਨੂੰ ਉੱਥੇ ਜਿਬਾ ਕਰਨਾ ਜਿੱਥੇ ਕੋਈ ਨਾ ਵੇਖ ਰਿਹਾ ਹੋਏ। ਹੁਣ ਕਿਉਂਕਿ ਪਰਮਾਤਮਾ ਵੇਖ ਰਿਹਾ ਹੈ, ਸ੍ਰਿਸ਼ਟੀ ਦਾ, ਇਸ ਸ੍ਰਿਸ਼ਟੀ ਦਾ ਸਿਰਜਣਹਾਰ ਵੇਖ ਰਿਹਾ ਹੈ। ਉਸ ਪਰਮਾਤਮਾ ਜਿਨੇ ਇਸ ਦੁਨੀਆ ਨੂੰ, ਪਾਣੀ ਨੂੰ, ਕਾਇਨਾਤ ਨੂੰ ਬਣਾਇਆ ਹੈ, ਉਹ ਵੇਖ ਰਿਹਾ ਹੈ। ਤੇ ਇਹ ਸ਼ਰਤ ਪੂਰੀ ਨਹੀਂ ਹੋ ਰਹੀ। ਇਸ ਕਰਕੇ ਮੈਂ ਇਸ ਬੇਜ਼ਬਾਨ ਪੰਛੀ ਦੀ ਜਾਨ ਐਵੇਂ ਅਜਾਇਆ ਨਾ ਕਰਾਂ, ਮੈਂ ਇਸ ਨੂੰ ਜਿਬਾ ਨਹੀਂ ਕਰ ਸਕਾਂਗਾ। ਸਾਈਂ ਦੇ ਅੱਗੇ ਮਾਫੀ ਮੰਗ ਲਾਂਗੇ। ਜੇ ਉਹ ਫਿਰ ਵੀ ਮੇਰਾ ਮੁਰਸ਼ਿਦ ਬਣਨਾ ਪ੍ਰਵਾਨ ਕਰ ਲੈਣਗੇ ਤੇ ਠੀਕ ਹੈ, ਨਹੀਂ ਤਾਂ ਜੋ ਉਸ ਅੱਲਾ ਨੂੰ ਭਾਵੇ ਹੋਏਗਾ। ਸੱਚ ਬੋਲਦੇ ਨੇ। ਕਬੂਤਰ ਨੂੰ ਲੈ ਕੇ ਉਸ ਖੰਡਰ ਵਿੱਚ ਉੱਥੇ ਹੀ ਰਾਤ ਰਹੇ। ਤੜਕਾ ਹੋਇਆ, ਉੱਥੋਂ ਚੱਲ ਪਏ। ਸਾਈਂ ਦੇ ਦਰਬਾਰ ਪਹੁੰਚਦਿਆਂ ਪਹੁੰਚਦਿਆਂ ਫਿਰ ਸ਼ਾਮ ਪੈ ਗਈ, ਕਿਉਂਕਿ ਬਹੁਤ ਦੂਰ ਨਿਕਲ ਗਏ ਸਨ। ਸ਼ਾਮ ਦੇ ਪਹਿਰ ਸਾਈਂ ਦੇ ਦਰਬਾਰ ਵਿੱਚ ਕਾਫੀ ਸੰਗਤ ਜੁੜੀ ਹੋਈ ਸੀ। ਬਾਬਾ ਫਰੀਦ ਜੀ ਪਹੁੰਚ ਗਏ। ਹੱਥ ਵਿੱਚ ਕਬੂਤਰ ਫੜਿਆ, ਦੂਸਰੇ ਹੱਥ ਵਿੱਚ ਖੰਜਰ ਫੜੀ ਹੋਈ। ਸਾਈਂ ਜੀ ਆਪਣੇ ਆਸਣ ਤੇ ਬੈਠੇ ਹੋਏ ਨੇ। ਉਹਨਾਂ ਦੇ ਕੋਲ ਪਹੁੰਚ ਕੇ ਉਹਨਾਂ ਦੇ ਅੱਗੇ ਖੰਜਰ ਵੀ ਰੱਖ ਦਿੱਤੀ, ਕਬੂਤਰ ਵੀ ਰੱਖ ਦਿੱਤਾ। ਸਾਈਂ ਜੀ ਨੇ ਪੁੱਛਿਆ, ਫਰੀਦ ਤੁਸੀਂ ਕਿਹਾ ਸੀ ਮੈਨੂੰ ਮਰੀਦ ਬਣਾਓ, ਅਸੀਂ ਇੱਕ ਸ਼ਰਤ ਰੱਖੀ ਸੀ, ਤੁਸੀਂ ਕਿਹਾ ਸੀ ਜੋ ਹੁਕਮ ਕਰੋਗੇ ਮੈਂ ਮੰਨਾਂਗਾ। ਅਸੀਂ ਸ਼ਰਤ ਰੱਖੀ ਸੀ ਕਿ ਇਸ ਕਬੂਤਰ ਨੂੰ ਜ਼ਬਾ ਕਰਕੇ ਲਿਆਉਣਾ ਹੈ। ਇਹ ਕਬੂਤਰ ਤੁਸੀਂ ਜਿੰਦਾ ਹੀ ਲੈ ਆਏ ਹੋ। ਇਸ ਦਾ ਮਤਲਬ ਕਿ ਤੁਸੀਂ ਸਾਡਾ ਹੁਕਮ ਅੱਜ ਪਹਿਲੇ ਦਿਨ ਤੋਂ ਹੀ ਨਹੀਂ ਮੰਨਿਆ, ਤੁਸੀਂ ਸਾਡੇ ਹੁਕਮ ਤੋਂ ਇਨਕਾਰੀ ਹੋ। ਇਸ ਕਰਕੇ ਅਸੀਂ ਤੁਹਾਨੂੰ ਆਪਦਾ ਮਰੀਦ, ਆਪਦਾ ਚੇਲਾ ਨਹੀਂ ਬਣਾ ਸਕਦੇ। ਸਜਦਾ ਕਰਕੇ ਹੱਥ ਜੋੜ ਕੇ ਬਾਬਾ ਫਰੀਦ ਜੀ ਕਹਿਣ ਲੱਗੇ, ਸਾਈਂ ਜੀ ਇਹ ਜਿਹੜਾ ਕਬੂਤਰ ਵਾਪਸ ਜਿੰਦਾ ਆਇਆ ਹੈ, ਇਹ ਤੁਹਾਡੇ ਹੁਕਮ ਦਾ ਸਰ ਸਦਕਾ ਹੀ ਆਇਆ ਹੈ। ਜੇ ਮੈਂ ਆਪ ਜੀ ਦਾ ਹੁਕਮ ਪੂਰੀ ਤਰ੍ਹਾਂ ਨਾ ਮੰਨਿਆ ਹੁੰਦਾ, ਮੈਂ ਇਸ ਨੂੰ ਜ਼ਬਾ ਕਰਕੇ ਤੁਹਾਡੇ ਕੋਲ ਲਿਆਉਣਾ ਸੀ। ਸਾਈਂ ਜੀ ਕਹਿਣ ਲੱਗੇ, ਫਰੀਦ ਮੇਰਾ ਹੁਕਮ ਤਾਂ ਇਹੀ ਸੀ ਕਿ ਇਸ ਨੂੰ ਜ਼ਬਾ ਕਰਕੇ ਲਿਆਓ। ਕਹਿੰਦੇ ਨਹੀਂ ਸਾਈਂ ਜੀ, ਤੁਹਾਡਾ ਹੁਕਮ ਤਾਂ ਇਹੀ ਸੀ, ਪਰ ਉਹਦੇ ਨਾਲ ਇੱਕ ਸ਼ਰਤ ਹੋਰ ਲੱਗਦੀ ਸੀ
ਕਿ ਇਹਨੂੰ ਉੱਥੇ ਜ਼ਿਬਾ ਕਰਕੇ ਲਿਆਓ ਜਿੱਥੇ ਕੋਈ ਹੋਰ ਵੇਖ ਨਾ ਰਿਹਾ ਹੋਵੇ। ਤੇ ਮੈਂ ਇਸ ਨੂੰ ਜਿਵੇਂ ਜਿਵੇਂ ਲੈ ਕੇ ਗਿਆ, ਉਹਨਾਂ ਨੇ ਖੰਡਰ ਤੱਕ ਦਾ ਆਪਣਾ ਸਾਰਾ ਸਫ਼ਰਨਾਮਾ ਸੁਣਾ ਦਿੱਤਾ ਤੇ ਕਹਿਣ ਲੱਗੇ ਕਿ ਜਦੋਂ ਜ਼ਿਬਾ ਕਰਨ ਲੱਗਾ ਤੇ ਮੇਰੀ ਆਤਮਾ ਤੋਂ ਮੈਨੂੰ ਆਵਾਜ਼ ਆਈ ਕਿ ਪਰਮਾਤਮਾ ਵੇਖ ਰਿਹਾ ਹੈ, ਇਸ ਸ੍ਰਿਸ਼ਟੀ ਦਾ ਸਿਰਜਣਹਾਰ ਵੇਖ ਰਿਹਾ ਹੈ, ਇਸ ਧਰਤੀ ਦਾ ਕਰਤਾ ਵੇਖ ਰਿਹਾ ਹੈ, ਜਿਨੇ ਸਾਨੂੰ ਵੀ ਬਣਾਇਆ, ਇਸ ਪੰਛੀ ਨੂੰ ਵੀ ਬਣਾਇਆ। ਉਹਦੇ ਤੋਂ ਮੈਂ ਨਹੀਂ ਲੁਕੋ ਸਕਾਂਗਾ, ਉਹ ਜ਼ਰਰੇ ਜ਼ਰਰੇ ਵਿੱਚ ਵਸਿਆ ਹੈ। ਇਸ ਕਰਕੇ ਗੁਸਤਾਖੀ ਮਾਫ, ਮੈਂ ਤੁਹਾਡੇ ਹੁਕਮ ਦੀ ਪਾਲਣਾ ਕਰਦਿਆਂ ਹੋਇਆਂ ਇਹਨੂੰ ਉੱਥੇ ਜ਼ਿਬਾ ਨਹੀਂ ਕੀਤਾ, ਕਿਉਂਕਿ ਤੁਸਾਂ ਦਾ ਹੁਕਮ ਸੀ ਕਿ ਉੱਥੇ ਜ਼ਿਬਾ ਕਰਨਾ ਜਿੱਥੇ ਕੋਈ ਨਾ ਵੇਖ ਰਿਹਾ ਹੋਵੇ, ਜਿੱਥੇ ਪਰਮਾਤਮਾ ਵੇਖ ਰਿਹਾ ਹੋਵੇ, ਉੱਥੇ ਹੋਰ ਸਾਰੀ ਦੁਨੀਆ ਆਪੇ ਹੀ ਵੇਖ ਰਹੀ ਹੁੰਦੀ। ਇਸ ਕਰਕੇ ਮੇਰੀ ਇਲਤਜਾ ਹੈ ਕਿ ਆਪ ਜੇ ਠੀਕ ਸਮਝੋ ਤੇ ਮੈਨੂੰ ਆਪਣਾ ਮਰੀਦ ਬਣਾ ਲਓ, ਜੇ ਨਹੀਂ ਤੇ ਮੈਨੂੰ ਤਾਂ ਵੀ ਖੁਸ਼ੀ ਹੋਵੇਗੀ, ਮੈਨੂੰ ਕੋਈ ਗਿਲਾ ਨਹੀਂ ਹੋਵੇਗਾ, ਕਿਉਂਕਿ ਮੈਂ ਆਪਣੇ ਇਸ ਇਮਤਿਹਾਨ ਵਿੱਚ ਪੂਰੀ ਸਫਲਤਾ ਹਾਸਲ ਨਹੀਂ ਕਰ ਸਕਿਆ। ਕਹਿੰਦੇ ਨੇ ਕਿ ਹਜ਼ਰਤ ਕੁਤਬੁਦੀਨ ਬਖਤਿਆਰ ਕਾਕੀ ਨੇ ਖੜਿਆ ਹੋ ਕੇ ਉੱਠ ਕੇ ਬਾਬਾ ਫਰੀਦ ਨੂੰ ਕੁੱਟ ਕੇ ਗਲ ਨਾਲ ਲਾ ਲਿਆ, ਪਿੱਛੇ ਥਾਪੜਾ ਦੇ ਕੇ ਕਹਿਣ ਲੱਗੇ, ਫਰੀਦ ਤੇਰੀ ਸੇਵਾ ਪ੍ਰਵਾਨ ਪ੍ਰਵਾਨ। ਬਸ ਮੈਂ ਇਹੀ ਜਾਣਨਾ ਚਾਹੁੰਦਾ ਸਾਂ ਕਿ ਤੈਨੂੰ ਪਤਾ ਹੈ ਕਿ ਨਹੀਂ ਪਰਮਾਤਮਾ ਕਿੱਥੇ ਕਿੱਥੇ ਹੁੰਦਾ ਹੈ। ਜੇ ਤੈਨੂੰ ਇਹ ਪਤਾ ਲੱਗਿਆ ਕਿ ਪਰਮਾਤਮਾ ਕੁੱਲ ਕਾਇਨਾਤ ਵਿੱਚ ਜ਼ਰਰੇ ਜ਼ਰਰੇ ਵਿੱਚ ਹੈ, ਤੇ ਤੂੰ ਆਪਦੀ ਪੂਰੀ ਜ਼ਿੰਦਗੀ ਚ ਕੋਈ ਗੁਨਾਹ ਨਹੀਂ ਕਰੇਗਾ। ਜਿਸ ਮਨੁੱਖ ਨੂੰ ਇਹ ਪਤਾ ਲੱਗ ਜਾਏ ਇਹ ਜ਼ਿੰਦਗੀ ਦਾ ਸਭ ਤੋਂ ਵੱਡਾ ਰਾਜ ਹੋਇਆ ਕਰਦਾ ਹੈ। ਸਾਰੇ ਮਜ਼ਹਬ, ਸਾਰੇ ਧਰਮ ਸਾਨੂੰ ਇਹੀ ਦੱਸਦੇ ਨੇ ਕਿ ਉਹ ਪਰਮਾਤਮਾ ਜ਼ਰਰੇ ਜ਼ਰਰੇ ਚ ਹੈ। ਅਸੀਂ ਕੋਈ ਗੁਨਾਹ, ਕੋਈ ਗਲਤੀ ਨਾ ਕਰੀਏ। ਇਹ ਜੇ ਸਾਨੂੰ ਸਮਝ ਆ ਜਾਏ ਤੇ ਅਸੀਂ ਵੀ ਉਸ ਰੱਬ ਦੇ ਨੇੜੇ ਚਲੇ ਜਾਵਾਂਗੇ ਜਿਹਦੇ ਸਤਿਕਾਰਯੋਗ ਬਾਬਾ ਫਰੀਦ ਜੀ ਗਏ। ਅਗਲੇ ਦਿਨ ਬਾਬਾ ਫਰੀਦ ਜੀ ਨੂੰ ਹਜ਼ਰਤ ਬਖਤਿਆਰ ਕਾਕੀ ਜੀ ਨੇ ਆਪਦਾ ਸ਼ਾਗਿਰਦ ਬਣਾਉਣ ਦੀਆਂ ਰਸਮਾਂ ਕਰਕੇ ਉਹਨਾਂ ਨੂੰ ਆਪਣਾ ਸ਼ਾਗਿਰਦ ਬਣਾਇਆ, ਔਰ ਕਾਫੀ ਸਮਾਂ ਬਾਬਾ ਫਰੀਦ ਜੀ ਉਹਨਾਂ ਦੀ ਆਗੋਸ਼ ਵਿੱਚ, ਉਹਨਾਂ ਦੀ ਛਤਰ ਛਾਇਆ ਵਿੱਚ ਉੱਥੇ ਰਹੇ। ਉੱਥੇ ਉਹਨਾਂ ਨੇ ਕਾਫੀ ਸਾਰੀ ਸੂਫੀ ਮਤ ਦੀ ਧਾਰਮਿਕ ਸਿੱਖਿਆ ਪ੍ਰਾਪਤ ਕੀਤੀ ਔਰ ਦੁਨੀਆ ਨੂੰ ਬਹੁਤ ਸਾਰੇ ਉਪਦੇਸ਼ ਦੇ ਕੇ ਦੁਨੀਆ ਨੂੰ ਤਾਰਿਆ। ਉਹਨਾਂ ਦੀ ਯਾਦ ਵਿੱਚ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਸ਼ਹਿਰ ਹੈ ਬਾਬਾ ਫਰੀਦ ਦੇ ਨਾਮ ਦੇ ਉੱਤੇ, ਫਰੀਦਕੋਟ। ਔਰ ਉਹ ਕੱਲਾ ਸ਼ਹਿਰ ਹੀ ਨਹੀਂ, ਉਹ ਫਰੀਦਕੋਟ ਰਿਆਸਤ ਦੀ ਰਾਜਧਾਨੀ ਹੈ। ਉਹ ਜਗ੍ਹਾ ਹੈ ਜਿੱਥੇ ਬਾਬਾ ਫਰੀਦ ਜੀ ਜਦੋਂ ਗੁਜ਼ਰ ਰਹੇ ਸਨ ਤੇ ਭੀੜ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਬਹੁਤ ਸਾਰਿਆਂ ਲੋਕਾਂ ਵਿੱਚ, ਤੇ ਰਾਜਿਆਂ ਦੇ ਮਹਿਲ ਤੇ ਕਿਲੇ ਦੀ ਉਸਾਰੀਆਂ ਹੋ ਰਹੀਆਂ ਸਨ। ਤੇ ਉਹਨਾਂ ਜ਼ਮਾਨਿਆਂ 'ਚ ਰਾਜੇ ਮਹਾਰਾਜਿਆਂ ਦੇ ਜਿਹੜੇ ਮਹਿਲ ਹੁੰਦੇ ਸੀ ਉਹਨਾਂ ਤੇ ਦਿਹਾੜੀਦਾਰ ਕੰਮ ਹੀ ਨਹੀਂ ਲਾਏ ਜਾਂਦੇ ਸਨ। ਉਹਨਾਂ ਉੱਤੇ ਕੁਛ ਜੇਲਾਂ ਦੇ ਕੈਦੀ ਤੇ ਕੁਛ ਆਮ ਜਨਤਾ ਨੂੰ ਵਾਰੀ ਨਾਲ ਵਾਰੀ ਲਾਇਆ ਜਾਂਦਾ ਸੀ, ਤਾਂ ਉਹ ਏਡੇ ਏਡੇ ਵਿਸ਼ਾਲ ਮਹਿਲ ਤੇ ਕਿਲੇ ਉਸਾਰੇ ਜਾਂਦੇ ਸਨ, ਦਿਹਾੜੀਆਂ ਨਾਲ ਨਹੀਂ। ਉਸ ਭੀੜ ਦੇ ਵਿੱਚ ਬਾਬਾ ਫਰੀਦ ਜੀ ਵੀ ਆ ਗਏ। ਬਾਬਾ ਫਰੀਦ ਜੀ ਨਾਲੇ ਤੇ ਅੱਲਾ ਦਾ ਆਰਾਧਨਾ ਕਰਦੇ ਨੇ ਤੇ ਨਾਲੇ ਮਜ਼ਦੂਰਾਂ ਦੇ
ਨਾਲ ਦਿਆਂ ਮਜ਼ਦੂਰਾਂ ਤੇ ਮਿਸਤਰੀਆਂ ਨੇ ਧਿਆਨ ਨਾਲ ਵੇਖਿਆ ਕਿ ਇਹ ਜਿਹੜੇ ਨੇ ਫਰੀਦ ਜੀ ਨੇ, ਜਦੋਂ ਸਿਰ ਤੇ ਇੱਟਾਂ ਰੱਖ ਕੇ ਟੁਰਦੇ ਨੇ, ਇੱਟਾਂ ਇਹਨਾਂ ਦੇ ਸਿਰ ਤੋਂ ਇੱਕ ਗਿੱਠ ਉੱਚੀਆਂ ਹੋ ਜਾਂਦੀਆਂ ਨੇ, ਯਾਨੀ ਕਿ ਉਹਨਾਂ ਇੱਟਾਂ ਦਾ ਭਾਰ ਇਹਨਾਂ ਦੇ ਸਿਰ ਤੇ ਨਹੀਂ ਪੈਂਦਾ। ਬੱਠਲ ਗਾਰੇ ਦਾ, ਮਸਾਲੇ ਦਾ ਇਹਨਾਂ ਦੇ ਸਿਰ ਤੋਂ ਇੱਕ ਗਿੱਠ ਡੇਢ ਗਿੱਠ ਉੱਚਾ ਚਲਾ ਜਾਂਦਾ ਹੈ। ਇਹਨਾਂ ਦੇ ਵਿੱਚ ਤੇ ਅੱਲਾ ਦਾ ਨੂਰ ਹੈ। ਜਾ ਕੇ ਰਾਜੇ ਨੂੰ ਦੱਸਿਆ। ਰਾਜਾ ਆ ਕੇ ਚਰਨਾਂ ਤੇ ਟਹਿ ਪਿਆ। ਆਪ ਕੌਣ ਹੋ? ਕਹਿੰਦੇ ਜੀ ਉਸ ਅੱਲਾ ਦੇ ਬੰਦੇ ਆ, ਸੇਵਾ ਕਰ ਰਹੇ। ਉਸ ਜਗ੍ਹਾ ਦੇ ਉੱਤੇ ਬਾਬਾ ਫਰੀਦ ਜੀ ਦੀਆਂ ਉਸ ਸ਼ਹਿਰ ਦੇ ਵਿੱਚ ਬਹੁਤ ਵੱਡੀਆਂ ਯਾਦਗਾਰਾਂ ਬਣੀਆਂ ਨੇ, ਔਰ ਹਰ ਸਾਲ ਇੱਕ ਬਹੁਤ ਵੱਡਾ ਖੇਡ ਮੇਲਾ ਉਹ ਸ਼ਹਿਰ ਵਾਲੇ ਬਾਬਾ ਫਰੀਦ ਜੀ ਦੀ ਯਾਦ ਵਿੱਚ ਲਾਉਂਦੇ ਨੇ। ਉਹ ਮੇਲਾ ਤਕਰੀਬਨ 8-10 ਦਿਨ ਚੱਲਦਾ ਹੈ। ਪੂਰਾ ਪੰਜਾਬ ਉੱਥੇ ਪਹੁੰਚਦਾ ਹੈ। ਉੱਥੇ ਗੁਰਦੁਆਰਾ ਟਿੱਲਾ ਸਾਹਿਬ, ਗੁਰਦੁਆਰਾ ਗੋਦੜੀ ਸਾਹਿਬ, ਔਰ ਉਹ ਬਾਬੇ ਫਰੀਦ ਦੀਆਂ ਜਿਹੜੀਆਂ ਜਗ੍ਹਾ ਨੇ ਉਹਨਾਂ ਉੱਤੇ ਲਾਈਨਾਂ ਲੱਗ ਕੇ ਬੜੀ ਵੱਡੀ ਗਿਣਤੀ 'ਚ ਪਹੁੰਚੀ ਹੋਈ ਸੰਗਤ ਨਤਮਸਤਕ ਹੁੰਦੀ ਏ ਤੇ ਉਹਨਾਂ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਨੇ। ਇਸ ਤਰ੍ਹਾਂ ਜਿਹੜੇ ਰੱਬ ਦੇ ਪਿਆਰੇ ਰੱਬ ਦੀ ਰਮਜ ਸਮਝਦੇ ਨੇ, ਉਹ ਮਹਿਸੂਸ ਕਰਦੇ ਨੇ ਕਿ ਰੱਬ ਜ਼ਰਰੇ ਜ਼ਰਰੇ 'ਚ ਹੈ। ਜੇ ਕਿਤੇ ਸਾਨੂੰ ਵੀ ਸਮਝ ਆ ਜਾਏ ਤੇ ਸਾਡਾ ਵੀ ਭਲਾ ਹੋ ਸਕਦਾ ਹੈ। ਅੱਜ ਦੀ ਮਨੁੱਖਤਾ ਨੇ ਰੱਬ ਨੂੰ ਜਿੰਨਾ ਵਸਾਰ ਦਿੱਤਾ ਸੀ, ਮੈਂ ਸਮਝਦਾ ਹਾਂ ਕਿ ਉਸੇ ਦੀ ਗੁਸਤਾਖੀ ਦਾ ਸਦਕਾ ਅੱਜ ਅਸੀਂ ਇੱਕ ਬਹੁਤ ਵੱਡੀ ਮਹਾਮਾਰੀ ਨਾਲ ਜੂਝ ਰਹੇ ਹਾਂ। ਅੱਜ ਅਸੀਂ ਖੌਫਜ਼ਦਾ ਹਾਂ। ਅੱਜ ਜਦੋਂ ਅਸੀਂ ਆਪਣੇ ਟੀਵੀਆਂ ਦੇ ਵਿੱਚ ਵੇਖਦੇ ਹਾਂ ਕਿ ਵੱਡੇ ਵੱਡੇ ਦੁਨੀਆ ਦੇ ਸ਼ਹਿਰ ਜਿਨ੍ਹਾਂ ਵਿੱਚ ਮਨੁੱਖਤਾ ਦਾ ਨਾਮੋ ਨਿਸ਼ਾਨ ਨਜ਼ਰ ਨਹੀਂ ਬਾਜ਼ਾਰਾਂ 'ਚ ਆਉਂਦਾ, ਜਿਨ੍ਹਾਂ ਸ਼ਹਿਰਾਂ ਵਿੱਚੋਂ ਲੰਘਿਆ ਨਹੀਂ ਸੀ ਭੀੜ 'ਚੋਂ ਜਾਂਦਾ, ਉਹਨਾਂ ਬਾਜ਼ਾਰਾਂ ਦੇ ਵਿੱਚ ਮਨੁੱਖ ਮਾਤਰ ਨਾਂ ਦਾ ਚੀਜ਼ ਨਜ਼ਰ ਨਹੀਂ ਆਉਂਦੀ। ਅੱਜ ਮਨੁੱਖਤਾ ਖਾਮੋਸ਼ ਹੈ, ਮਨੁੱਖਤਾ ਖੌਫ 'ਚ ਹੈ, ਮਨੁੱਖਤਾ ਲੁਕ ਗਈ ਹੈ। ਜਿਹੜੀ ਮਨੁੱਖਤਾ, ਜਿਹੜੇ ਇਨਸਾਨ ਨੇ ਰੱਬ ਨੂੰ ਚੈਲੰਜ ਕੀਤਾ ਹੋਇਆ ਸੀ, ਅਸੀਂ ਰੱਬ ਦੇ ਨਾਲ ਬਹੁਤੇ ਆਡੇ ਲਾਏ ਨੇ। ਅਸੀਂ ਕੁਦਰਤ ਨਾਲ ਬਹੁਤ ਛੇੜਛਾੜ ਕੀਤੇ ਨੇ ਤੇ ਰੱਬ ਨੇ ਅੱਜ ਸਾਨੂੰ ਆਪਣੀ ਹੋਂਦ ਵਿਖਾਈ ਕਿ ਜੇ ਮੈਂ ਆਪਣੀ ਆਈ ਤੇ ਆ ਜਾ ਤੇ ਤੁਹਾਡੀ ਸਾਇੰਸ ਜਿੰਨੀ ਮਰਜ਼ੀ ਤਰੱਕੀ ਕਰ ਗਈ ਹੋਏ, ਦੁਨੀਆ ਦੇ ਉਹ ਦੇਸ਼ ਜੋ ਚੰਦ ਤੇ ਝੰਡਾ ਗੱਡ ਕੇ ਆਏ ਨੇ, ਜੋ ਚੰਦ ਤੇ ਮਕਾਨ ਤੇ ਘਰ ਬਣਾਉਣਾ ਚਾਹੁੰਦੇ ਨੇ, ਉਹਨਾਂ ਨੂੰ ਅਸੀਂ ਵੇਖ ਰਹੇ ਹਾਂ ਕਿ ਇਸ ਕੋਰੋਨਾ ਵਾਇਰਸ ਬਿਮਾਰੀ ਦੇ ਅੱਗੇ ਉਹਨਾਂ ਦੇ ਹੱਥ ਖੜੇ ਹੋ ਗਏ ਨੇ। ਉਹਨਾਂ ਦੀ ਦੁਹਾਈ ਮਚ ਗਈ। ਤੇ ਜੇ ਰੱਬ ਆਪਦੀ ਆਈ ਤੇ ਆ ਜਾਏ ਤੇ ਸਾਡੀ ਸਾਇੰਸ, ਸਾਡਾ ਕੰਮ, ਸਾਡੀ ਅਕਲ ਕੋਈ ਕੰਮ ਨਹੀਂ ਕਰਦੀ। ਤੇ ਮੇਰੀ ਉਸ ਪਰਿਪੂਰਨ ਪਰਮਾਤਮਾ ਅੱਗੇ ਇਲਤਜਾ ਹੈ, ਬੇਨਤੀ ਹੈ, ਜੋਦੜੀ ਹੈ ਕਿ ਇੰਨਾ ਕੀ ਸਜ਼ਾ ਦੇ ਕਿ ਬਖਸ਼ ਦੇ ਅਬ ਕੀ ਵਾਰ ਬਖਸ਼ ਬੰਦੇ ਨੂੰ। ਮਨੁੱਖਾਂ ਤੋਂ ਹੋਈ ਗਲਤੀ ਗੁਨਾਹ ਇੱਕ ਵਾਰੀ ਪਰਵਰਦਿਗਾਰ ਬਖਸ਼ ਦੇ। ਤੇ ਮੈਂ ਮਨੁੱਖਤਾ ਨੂੰ ਵੀ ਬੇਨਤੀ ਕਰਾਂਗਾ ਕਿ ਅਸੀਂ ਵੀ ਉਹਦੇ ਗੁਨਾਹਾਂ ਤੋਂ ਤੋਬਾ ਕਰੀਏ। ਅਸੀਂ ਵੀ ਉਹਦੇ ਅੱਗੇ ਗੋਡੇ ਟੇਕੀਏ, ਉਹਦੇ ਅੱਗੇ ਹੱਥ ਪੱਲੇ ਜੋੜੀਏ ਕਿ ਸਾਨੂੰ ਬਖਸ਼ ਦੇ ਤੇ ਇਸ ਮਹਾਂਮਾਰੀ ਤੋਂ ਸਾਨੂੰ ਸਿਰ ਤੇ ਹੱਥ ਦੇ ਕੇ ਬਚਾ, ਸਾਡੀ ਰੱਖਿਆ ਕਰ। ਤੇ ਮੈਂ ਉਸ ਪਰਮਾਤਮਾ ਅੱਗੇ ਅਰਜ਼ੋਈ ਕਰਦਾ ਹਾਂ ਕਿ ਬਹੁਤ ਛੇਤੀ ਇਹ ਮਹਾਂਮਾਰੀ ਨੂੰ ਇਸ ਤੋਂ ਚੱਕੇਗਾ ਤੇ ਮਨੁੱਖਤਾ ਫਿਰ ਆਪਣੀ ਉਸ ਚਾਲ ਤੇ, ਉਸ ਲੀਹ ਤੇ ਆ ਕੇ ਚੱਲੇਗੀ ਤੇ ਮਨੁੱਖਤਾ ਵੀ ਉਹਦੇ ਨਾਲ ਛੇੜਛਾੜ ਕਰਨ ਤੋਂ ਬਾਜ਼ ਆਏਗੀ। ਇੱਥੇ ਹੀ ਸਮਾਪਤੀ ਹੈ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਜੇ ਆਪ ਜੀ ਨੂੰ ਇਹ ਵੀਡੀਓ ਚੰਗੀ ਲੱਗੇ ਤੇ ਕਿਰਪਾ ਕਰਕੇ ਇਸ ਨੂੰ ਆਪਦੇ ਵੱਲੋਂ ਜੋ ਵੀ ਠੀਕ ਸਮਝੋ,
ਨੂੰ ਜੋ ਵੀ ਲੱਗੇ ਕਰਿਓ। ਇਹ ਸੇਵਾ ਪ੍ਰਵਾਨ ਕਰਨਾ। ਆਪ ਜੀ ਦਾ ਦੂਸਰੀ ਵਾਰ ਬਹੁਤ ਬਹੁਤ ਧੰਨਵਾਦ। ਦਾਸ ਇੰਜੀਨੀਅਰ ਸੁਖਚੈਨ ਸਿੰਘ ਲਹਿਲਪੁਰੀ ਪਹਿਲਾਂ ਵੀ 1-2 ਵੀਡੀਓ ਆਪ ਜੀ ਦੇ ਚਰਨਾਂ 'ਚ ਪੇਸ਼ ਕਰ ਚੁੱਕਿਆ ਹਾਂ। ਇਹ ਵੀ ਹੈ, ਆਪ ਇਸਕੋ ਪ੍ਰਵਾਨ ਕਰਨਾ।